everyone, welcome or welcome back to my channel. This is Parneet. I hope you all are good. So today in this video we are going to discuss spoken English. Yes, it is our first class of spoken English as you guys have requested me many times. ਤੁਹਾਡੀ demand ਸੀ ਕਿ ਮੈਮ spoken English ਦਾ course ਵੀ start ਕਰੋ. So guys, I have started. Here it is. ਸੋ ਬਿਫੋਰ ਸਟਾਰਟਿੰਗ ਸਪੋਕਨ ਇੰਗਲਿਸ਼ ਸਟਾਰਟ ਕਰਨ ਤੋਂ ਪਹਿਲਾਂ ਹੁੰਦੀ ਕੀ ਹੈ ਉਹਦੇ ਲਈ ਮੈਂ ਤੁਹਾਨੂੰ ਇੱਕ ਦੋ ਚੀਜ਼ਾਂ ਜਿਹੜੀਆਂ ਵੈਰੀ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇ ਅੱਜ ਆਪਾਂ ਉਹ ਡਿਸਕਸ ਕਰਾਂਗੇ। ਠੀਕ ਹੈ, ਮੀਨ ਸਪੋਕਨ ਇੰਗਲਿਸ਼ ਦੇ ਵਿੱਚ ਤੁਹਾਨੂੰ ਕਿਸ ਚੀਜ਼ਾਂ ਦਾ ਧਿਆਨ ਰੱਖਣਾ ਹੈ, ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚ ਇਨਵੋਲਵ ਹੋਣਗੀਆਂ, ਕਿਸ ਤਰ੍ਹਾਂ ਦੇ ਸੈਂਟੈਂਸਸ ਹੋਣਗੇ, ਕਿਸ ਤਰ੍ਹਾਂ ਦੀ ਵੋਕੈਬਲਰੀ ਯੂ ਸ਼ੁੱਡ ਯੂਜ਼ ਔਰ ਕਿਸ ਤਰ੍ਹਾਂ ਦੀਆਂ ਫਾਰਮ ਆਫ ਵਰਬਸ ਯੂ ਸ਼ੁੱਡ ਯੂਜ਼। ਪਹਿਲਾਂ ਆਪਾਂ ਉਹ ਡਿਸਕਸ ਕਰਦੇ ਹਾਂ। ਓਕੇ, ਸੋ ਵਿਦਆਊਟ ਵੇਸਟਿੰਗ ਐਨੀ ਟਾਈਮ ਲੈਟਸ ਗੈਟ ਸਟਾਰਟਡ। ਓਕੇ, ਨੰਬਰ 1 ਇਜ਼ ਜਦੋਂ ਸਪੋਕਨ ਇੰਗਲਿਸ਼ ਦੀ ਗੱਲ ਆਉਂਦੀ ਹੈ ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਵਰਬਸ ਦੀ। ਦੇਖੋ ਵਰਬਸ ਕੀ ਹੁੰਦੇ ਆ, ਹੁੰਦੀ ਕਿਰਿਆ ਮਤਲਬ ਜਿਹੜਾ ਕੰਮ ਹੁੰਦਾ ਹੈ, ਦੈਟ ਇਜ਼ ਵਰਬ, ਹੈ ਨਾ। ਹੁਣ ਸਾਨੂੰ ਸਾਰਿਆਂ ਨੂੰ ਪਤਾ ਵਰਬਸ ਦੀਆਂ 3 ਟਾਈਪਸ ਦੀਆਂ ਹੁੰਦੀਆਂ ਨੇ। ਮੇਨਲੀ ਵਰਬ 3 ਟਾਈਪ ਹੁੰਦੀਆਂ ਨੇ, ਫਰਸਟ ਫਾਰਮ ਆਫ ਵਰਬ, ਸੈਕੰਡ ਫਾਰਮ ਆਫ ਵਰਬ ਐਂਡ ਥਰਡ ਫਾਰਮ ਆਫ ਵਰਬ। ਸਪੋਜ਼ ਗੋ, went, gone, है ना, ठीक है, या फिर play, played, played। क्लियर, ਇਹ ਹੋ ਗਈਆਂ ਸਾਡੀਆਂ ਕਿਰਿਆ ਫਰਸਟ, ਸੈਕੰਡ, ਥਰਡ। ਤਾਂ ਸਪੋਕਨ ਇੰਗਲਿਸ਼ ਦੇ ਵਿੱਚ ਜਦੋਂ ਅਸੀਂ ਇੰਗਲਿਸ਼ 'ਚ ਗੱਲ ਕਰਦੇ ਹਾਂ ਕਿਸੇ ਦੂਸਰੇ ਪਰਸਨ ਦੇ ਨਾਲ ਤਾਂ ਉਹਦੇ ਵਿੱਚ ਫਾਰਮ ਆਫ ਵਰਬਸ ਬਹੁਤ ਇੰਪੈਰੇਟਿਵ ਰੋਲ ਪਲੇ ਕਰਦੀਆਂ ਨੇ। ਤੁਹਾਨੂੰ ਫਾਰਮਸ ਆਫ ਵਰਬ ਦੀ ਮੈਂ ਇੱਕ ਲਿਸਟ ਵੀ ਪ੍ਰੋਵਾਈਡ ਕਰ ਦੂੰਗੀ ਜਿਹਦੇ ਨਾਲ ਤੁਹਾਨੂੰ ਹੋਰ ਪ੍ਰੈਕਟਿਸ ਕਰਨ ਦੇ ਵਿੱਚ ਵੀ ਹੈਲਪ ਹੋਏਗੀ। ਕਲੀਅਰ। ਹੁਣ ਦੇਖੋ ਜਦੋਂ ਸਾਡੇ ਬੋਲਣ ਦੀ ਗੱਲ ਆਉਂਦੀ ਹੈ, ਜਦੋਂ ਅਸੀਂ ਕਿਸੇ ਬੰਦੇ ਨਾਲ ਕਿਸੇ ਸੈਕੰਡ ਪਰਸਨ, ਥਰਡ ਪਰਸਨ ਦੇ ਨਾਲ ਗੱਲ ਕਰਦੇ ਹਾਂ, ਵੈਨ ਵੀ ਟਾਕ, ਵੈਨ ਵੀ ਡੂ ਡੇ ਟੂ ਡੇ ਕਨਵਰਸੇਸ਼ਨਸ, ਉਹਦੇ ਵਿੱਚ ਦੋ ਤਰ੍ਹਾਂ ਦੀਆਂ ਕਿਰਿਆ, ਦੋ ਤਰ੍ਹਾਂ ਦੀਆਂ ਵਰਬਸ ਮੇਨਲੀ ਇਨਵੋਲਵ ਹੁੰਦੀਆਂ ਨੇ। ਫਰਸਟ ਇਜ਼ ਜਿਹਦੇ ਵਿੱਚ ਕੋਈ ਨਾ ਕੋਈ ਕੰਮ ਹੋ ਰਿਹਾ ਹੁੰਦਾ ਹੈ। ਕੰਮ ਕਿਵੇਂ, ਮਤਲਬ ਸੋਚਣਾ, ਖਾਣਾ ਪੀਣਾ, ਹਨਾ, ਸੌਣਾ, ਇਸ ਤਰੀਕੇ ਦਾ ਕੋਈ ਕੰਮ ਹੋ ਰਿਹਾ ਹੁੰਦਾ। ਖੇਲਣਾ, ਫॉर ਐਗਜ਼ਾਮਪਲ ਈਟ, ਸਲੀਪ, ਡਰਿੰਕ, ਥਿੰਕ, ਪਲੇ, ਇਸ ਤਰ੍ਹਾਂ ਦੇ ਕੋਈ ਵੀ ਕੰਮ ਹੋ ਰਹੇ ਹੁੰਦੇ ਨੇ। ਸੈਕੰਡ ਟਾਈਪ ਇਜ਼ ਉਹ ਜਿਹਦੇ ਵਿੱਚ ਕੋਈ ਕੰਮ ਨਹੀਂ ਹੋ ਰਹੇ ਹੁੰਦੇ, ਜਿਵੇਂ ਸਿਕ, ਗੁੱਡ, ਬੈਡ, ਬਿਮਾਰ ਹੋਣਾ, ਮੈਂ ਬਿਮਾਰ ਹਾਂ, ਮੈਂ ਚੰਗੀ ਹਾਂ, ਮੈਂ ਬੁਰੀ ਹਾਂ, ਜਾਂ ਫਿਰ ਪੋਜੈਸ਼ਨ ਜਦੋਂ ਅਸੀਂ ਸ਼ੋ ਕਰਦੇ ਹਾਂ ਮੇਰੇ ਕੋਲ ਕਾਰ ਹੈ, ਮੇਰੇ ਕੋਲ ਵੱਡਾ ਘਰ ਹੈ, ਇਹ ਚੀਜ਼ਾਂ। ਇਹੀ ਜਿਹੜੇ ਡੇ ਟੂ ਡੇ ਸੈਂਟੈਂਸਿਸ ਨੇ ਉਹਨਾਂ ਦੇ ਵਿੱਚ ਸਾਡੀਆਂ ਗੱਲਾਂ ਆਉਂਦੀਆਂ ਨੇ। ਇਹੀ ਚੀਜ਼ਾਂ ਨੇ ਜਦੋਂ ਅਸੀਂ ਕਿਸੇ ਨਾਲ ਕਨਵਰਸੇਸ਼ਨ ਕਰਦੇ ਹਾਂ ਉਦੋਂ ਅਸੀਂ ਯੂਜ਼ ਕਰਦੇ ਹਾਂ। ਤਾਂ ਇਹੀ ਬਹੁਤ ਜ਼ਿਆਦਾ ਪਾਰਟ ਐਂਡ ਪਾਰਸਲ ਰੋਲ ਪਲੇ ਕਰਦੀਆਂ ਨੇ ਗਾਈਜ਼ ਇਨ ਯੋਰ ਸਪੋਕਨ ਇੰਗਲਿਸ਼। ਟੂ ਇੰਪਰੋਵਾਈਜ਼ ਯੋਰ ਸਪੋਕਨ ਇੰਗਲਿਸ਼ ਤਾਂ ਤੁਹਾਨੂੰ ਇਹ ਚੀਜ਼ਾਂ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। नंबर 1 was verb, मतलब क्रिया किस तरह की होती है। सेकंड is vocabulary। yes, when it comes to vocabulary, spoken english ਦੇ ਵਿੱਚ ਕੋਈ ਬਹੁਤ ਜ਼ਿਆਦਾ ਮੈਂ ਨਹੀਂ ਕਹਿ ਰਹੀ ਵਾਈਡ ਰੇਂਜ ਆਫ vocabulary ਤੁਸੀਂ ਯਾਦ ਕਰੋ। ਤੁਸੀਂ ਗੁੱਡ ਰੇਂਜ ਆਫ vocabulary ਦੇ ਨਾਲ ਕੰਮ ਚਲਾ ਸਕਦੇ ਹੋ, ਜਾਂ ਫਿਰ ਤੁਹਾਨੂੰ ਲਿਟਲ ਨੌਲੇਜ ਹੋਣੀ ਚਾਹੀਦੀ ਹੈ ਰਿਗਾਰਡਿੰਗ ਵਰਡਸ, ਰਿਗਾਰਡਿੰਗ ਸਿੰਪਲ ਵਰਡਸ। ਇਹ ਨਹੀਂ ਕਿ ਬਹੁਤ ਡਿਫਿਕਲਟ ਵਰਡਸ ਤੁਸੀਂ ਪ੍ਰੈਕਟਿਸ ਕਰੋ ਸਟਾਰਟਿੰਗ ਤੋਂ ਹੀ, ਉਸ ਤਰੀਕੇ ਨਾਲ ਤੁਹਾਨੂੰ ਪ੍ਰੋਬਲਮਸ ਆਉਣਗੀਆਂ। ਸਟਾਰਟਿੰਗ ਤੋਂ ਤੁਸੀਂ vocabulary ਦੇ ਵੱਲ ਨਾ ਭੱਜੋ, ਹੈ ਨਾ। ਮਤਲਬ ਉਹ ਹੁੰਦੀ ਹੈ ਇੱਕ ਰੈਟ ਰੇਸ, ਆਪਾਂ ਕਹਿ ਦਿੰਦੇ ਨਾ ਭੇਡ ਚਾਲ, ਕਿ ਮੈਂ ਤਾਂ ਸਟਾਰਟਿੰਗ ਤੋਂ ਹੀ ਵੋਕੈਬਲਰੀ ਵੀ ਸਿੱਖ ਲੈਣੀ ਹੈ, ਮੈਂ ਤਾਂ ਆਹ ਵੀ ਸਿੱਖ ਲੈਣਾ, ਉਹ ਵੀ ਸਿੱਖ ਲੈਣਾ। ਇਸ ਤਰੀਕੇ ਨਾਲ ਨਹੀਂ ਹੋਏਗਾ। ਸਟੈਪ ਬਾय ਸਟੈਪ मूव करो, ग्रैजुअली एंड ग्रैजुअली। फिर देखो तुसी अपना एंबिशन किवें सक्सैस अचीव करदे हो। जे तुहाडी हुण तुहानू प्रॉब्लम है, बहुत स्टूडेंट्स ये भी कंप्लेन करते हैं मैम टेंसेस दी नॉलेज है, सारी नॉलेज है, बट प्रॉब्लम की है मूँह चों निकलदा नहीं, बोल नहीं सकते असी। सो उही तो प्रॉब्लम है, उही हैजिटेशन है गाइज। एंड यस, इस चीज़ नू इंप्रोवाइज करन दे लई तुसी मेरी वीडियो है जिहड़ी फर्स्ट वीडियो हाउ टू इंप्रोवाइज योर फ्लुएंसी, है ना, फ्लुएंटली कॉन्फिडेंटली किवें बोल सकते हो। हेयर इज द लिंक, तुसी इसनू भी जरूर देखो। ये वीडियो देखने तो पहला उस दे नाल की होएगा, तुहाडे अंदर कॉन्फिडेंस बूस्ट होएगा, फिर ये चीज़ां भी तुहानू जल्दी जल्दी इनकलकेट तुसी कर सकते हो। फाइन। सो वोकैबुलरी असी सिंपल रखांगे, गुड रेंज ऑफ वोकैबुलरी यूज करांगे इंस्टेड ऑफ वाइड रेंज ऑफ वोकैबुलरी। थर्ड इज सेंटेंस फॉर्मेशन। हुण जदों गल आउंदी है स्पोकन इंग्लिश की, देखो तुसी ना ਜਿਹੜੇ ਸੈਲੈਬ੍ਰਿਟੀਜ਼ ਨੇ ਉਹਨਾਂ ਨੂੰ ਵੀ ਗੱਲ ਕਰਦੇ ਸੁਣਿਆ ਹੋਏਗਾ, ਜਾਂ ਫਿਰ ਕੋਈ ਫੇਮਸ ਪਰਸਨੈਲਿਟੀ ਹੈ ਉਹਨਾਂ ਨੂੰ ਗੱਲ ਕਰਦੇ ਸੁਣਿਆ ਹੋਏਗਾ, ਉਹਨਾਂ ਦੀ ਸਪੀਚ ਤੁਸੀਂ ਸੁਣ ਸਕਦੇ ਹੋ। ਉਹ ਬਹੁਤ ਜ਼ਿਆਦਾ ਸਿੰਪਲ ਵਰਡਸ ਯੂਜ਼ ਕਰਦੇ ਨੇ, ਸਿੰਪਲ ਸੈਂਟੈਂਸਸ ਯੂਜ਼ ਕਰਦੇ ਨੇ ਇੰਸਟੈਡ ਆਫ ਦ ਕੰਪਲੈਕਸ ਐਂਡ ਦ ਕੰਪਾਊਂਡ। ਸੋ ਵੈਨ ਇਟ ਕਮਸ ਟੂ ਸੈਂਟੈਂਸ ਫਾਰਮੇਸ਼ਨ, ਤੁਸੀਂ ਸਟਾਰਟਿੰਗ ਤੋਂ ਯੂ ਸ਼ੁੱਡ ਕੀਪ ਇਟ ਸਿੰਪਲ ਐਜ਼ ਮਚ ਐਜ਼ ਯੂ ਕੈਨ। ਸਿੰਪਲ ਰੱਖੋ, ਸਿੰਪਲ ਰੱਖੋਗੇ ਇਫੈਕਟਿਵ ਹੋਏਗਾ, ਅਟਕੋਗੇ ਨਹੀਂ, ਫਲੋ ਦੇ ਨਾਲ ਵਰਡਸ ਨਿਕਲਣਗੇ, ਰਾਦਰ ਦੈਨ ਉਹਨੂੰ ਕੰਪਲੈਕਸ ਬਣਾਓ, ਕੰਪਾਊਂਡ ਬਣਾਓ। ਦੇਖੋ ਕੰਪਲੈਕਸ ਤੇ ਕੰਪਾਊਂਡ ਤੁਸੀਂ ਜ਼ਰੂਰ ਬਣਾ ਸਕਦੇ ਹੋ, ਬਣਾਓਗੇ ਵੀ, ਬਟ ਲੇਟਰ ਔਨ, ਹਲਕੀ ਹਲਕੀ, ਹੌਲੀ ਹੌਲੀ, ਹੈ ਨਾ। ਆਪਾਂ ਸਟੈਪ ਬਾय ਸਟੈਪ ਮੂਵ ਕਰਾਂਗੇ। ਜਦੋਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦੀ, ਸਾਰੇ ਟੈਂਸਿਸ ਦੀ, ਹਰ ਇੱਕ ਚੀਜ਼ ਦੀ ਨੌਲੇਜ ਹੋਗੀ ਨਾ, ਫਿਰ ਤੁਹਾਨੂੰ ਕੰਪਾਊਂਡ ਤੇ ਕੰਪਲੈਕਸ ਬਣਾਉਣ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਤੁਸੀਂ ਫੇਸ ਕਰੋਗੇ, ਡਾਇਰੈਕਟ ਬਣਨਗੇ। ਕਲੀਅਰ।
ਸੋ ਇਹ ਚੀਜ਼ਾਂ ਦਾ ਤੁਸੀਂ ਪਹਿਲਾਂ ਧਿਆਨ ਰੱਖਣਾ ਹੈ ਕਿ ਕਿਹੜਾ ਕੰਮ ਹੋ ਰਿਹਾ, ਕਿਸ ਤਰ੍ਹਾਂ ਦਾ ਕੰਮ ਹੋ ਰਿਹਾ, ਕਿਹਦੇ ਵਿੱਚ ਟੈਂਸਿਸ ਇਨਵੋਲਵ ਨੇ, ਕਿਹਦੇ ਵਿੱਚ ਨॉन ਟੈਂਸ ਵਾਲੇ ਸੈਂਟੈਂਸਿਸ ਨੇ, किस तरह की मैं वोकैबुलरी ते वर्क करना है, किस तरह का मेरा सेंटेंस फॉर्मेशन सेंटेंस स्ट्रक्चर होना चाहिए। क्लियर? ओके, नेक्स्ट इज हल्कियां जिहियां चीज़ां जो स्पोकन इंग्लिश की गल करते हैं तो सानू बहुत थोड़ियां चीज़ां ने जिन्हां दा पता होना चाहिए। डैट इज सानू आई का पता, व्हाट इज आई, आई इज मैं, है ना, आई इज मैं, वी इज असी, जो दो साडी गल हुंदी है उदों, यू मतलब तुसीं, जो तुहाडी गल हो रही है, दे उन्हां उन्हां मतलब जो 2 3 4 या प्लूरल लोग खड़े ने उन्हां दी गल हुंदी है तो असीं यूज कर दिंदे आ दे, ही शी, ही मेल दे लई यूज हुंदा है, शी फीमेल दे लई ओहो, इट इज इह, इट नूं ज़्यादातर असीं नॉन लिविंग थिंग्स दे लई यूज करदे हां। हुण देखो गाइस, जदों गल आउंदी है स्पोकन इंग्लिश दी, उस टाइम तुसीं की करना है, तुसीं बोलना तो इंग्लिश दे विच हैगा ही है, बट यू हैव टू थिंक इन इंग्लिश एज वैल। तुसीं सोचना भी इंग्लिश दे विच है, तुसीं बोलना भी इंग्लिश दे विच है। जो आप कहने हुंदे ना, आई कैन ईट इंग्लिश, आई कैन ड्रिंक इंग्लिश, वो वाला फ्रेज तो तुसीं सुनिया होएगा। उसी तरीके नाल तुसीं जदों इंग्लिश दे विच सोचना स्टार्ट करोगे उदों ही इंग्लिश अपने आप तुहाडे मूँह चों निकलण लगेगी। तो तुसीं की करना है, इह वालियां चीज़ां नूं भुल जाना है, ठीक है। तो तुसीं किस ते फोकस करना, इस ते जदों मैं दी गल हो रही है, मेरी गल हो रही है, मैं की है आई, मेरी गल इज आई, है ना, साडी गल हो रही है वी, तुहाडी गल हो रही है यू, उन्हां दी गल हो रही है दे, उसकी गल हो रही है ही और शी, इसकी गल हो रही है इट, ठीक है। तो इस तरीके नाल जदों तुहाडी गल होई, जिवें मैं खाना खांदा हाँ, आई ईट द फूड, है ना, मैं सोचदा हाँ, आई थिंक, मैं सौंदा हाँ, आई स्लीप। इस तरीके नाल तुसीं सेंटेंस फॉर्मेशन दी प्रैक्टिस स्टार्ट करो। हुण जदों प्रेजेंट इंडेफिनिट दे सेंटेंसेस दी गल हुंदी है, इन्हां दी पहचान उदों हुंदी है जिन्हां दे एंड विच लिखिया हुंदा दा है, दी है, दे हन। जिवें मैं खाना खांदा हाँ, वो खाना खांदी है, वो रोंदे हन, वो टीवी देखते हैं, वो खेलते हैं, इस तरह के सेंटेंसेस। जे इनू भी आप भुल जाइए, तो पहचान वगैरह तो नहीं नॉलेज होंगी, तो तुसीं एक सिंपल फंडा जिहदे नाल इनू याद कर सकते हो। प्रेजेंट इंडेफिनिट टेंस की कैटेगरी दे विच ओ वाले टेंस, ओ वाले सेंटेंसिस आउंदे ने ਜਿਹੜਾ ਕੰਮ ਅਸੀਂ ਰੋਜ਼ ਕਰਦੇ ਆਂ, ਜਿਹੜਾ ਵਰਕ ਅਸੀਂ ਰੈਗੂਲਰ ਬੇਸਿਸ ਤੇ ਕਰਦੇ ਆਂ, ਜਿਹੜਾ ਕੰਮ ਹਰ ਰੋਜ਼ ਹੁੰਦਾ ਹੈ, ਉਹ ਵਾਲੀ ਚੀਜ਼ ਕਿੱਥੇ ਆਉਂਦੀ ਹੈ, ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ। ਹੁਣ ਜੇ ਕੋਈ ਬੱਚੇ ਉਹ ਸਕੂਲ ਜਾਂਦੇ ਆ, ਉਹ ਰੋਜ਼ ਹੀ ਸਕੂਲ ਜਾਂਦੇ ਆ, ਤਾਂ ਉਹ ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ ਆਏਗਾ। ਮੈਂ ਖਾਣਾ ਖਾਂਦਾ ਹਾਂ, ਮੈਂ ਸੌਂਦਾ ਹਾਂ, ਮੈਂ ਨਹਾਉਂਦਾ ਹਾਂ, ਮੈਂ ਖੇਲਦਾ ਹਾਂ, ਇਹ ਵਾਲੇ ਕੰਮ ਅਸੀਂ ਰੋਜ਼ ਕਰਦੇ ਆਂ, that will fall in the category of present indefinite tense, है ना। Now, what is the structure? Structure भी मैं ਤੁਹਾਨੂੰ ਦੱਸਿਆ ਸੀ। ਇਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਸਬਜੈਕਟ। ਸਬਜੈਕਟ ਕੌਣ ਹੁੰਦਾ? ਜਿਹੜਾ ਮੇਨ ਬੰਦਾ ਹੁੰਦਾ, ਜਿਸ ਦੀ ਗੱਲ ਹੁੰਦੀ ਹੈ। ਮੇਰੀ ਗੱਲ ਹੋ ਰਹੀ ਹੈ, I is the subject, ਤੁਹਾਡੀ ਗੱਲ ਹੋ ਰਹੀ ਹੈ, you is the subject, ਉਹਨਾਂ ਦੀ ਗੱਲ ਹੋ ਰਹੀ ਹੈ, they are the subject, ਇਸ ਤਰੀਕੇ ਨਾਲ। ਫਿਰ ਆਉਂਦੀ ਹੈ verb ਦੀ first form, ਐਂਡ ਦੇ ਵਿੱਚ ਆਉਂਦਾ object। verb ਦੀ first form ਦੇ ਨਾਲ s ਜਾਂ es ਵੀ ਗੱਲ ਅਸੀਂ ਕਰਦੇ ਹਾਂ। ਇਹ ਮੈਂ ਤੁਹਾਨੂੰ ਹੁਣੀ ਥੋੜੇ ਟਾਈਮ ਦੇ ਵਿੱਚ ਡਿਸਕਸ ਕਰਾਂਗੇ ਇਹ ਕੀ ਚੀਜ਼ ਹੁੰਦੀ ਹੈ, ਠੀਕ ਹੈ। ਹੁਣ ਦੇਖੋ, ਜੇ ਤੁਹਾਨੂੰ ਸਟਰਕਚਰ ਵੀ ਯਾਦ ਨਹੀਂ ਹੋ ਰਿਹਾ ਹੈ, ਸਟਰਕਚਰ ਵੀ ਤੁਹਾਨੂੰ ਨਹੀਂ ਯਾਦ ਹੋ ਰਿਹਾ, ਭੁੱਲ ਜਾਓ। there's no need to remember it when it comes to spoken English। ਤੁਸੀਂ ਸਿੱਧਾ ਕੀ ਯਾਦ ਰੱਖ ਸਕਦੇ ਹੋ, ਜਦੋਂ ਗੱਲ ਆਉਂਦੀ ਹੈ I, they, we, you, ਮਤਲਬ ਪਲੂਰਲ ਚੀਜ਼ਾਂ ਦੀ, ਬਹੁਵਚਨ ਦੀ, ਜਿਹੜਾ I ਹੈ ਨਾ, ਉਹਨੂੰ ਵੀ ਅਸੀਂ ਪਲੂਰਲ ਦੇ ਵਿੱਚ ਗਿਣਦੇ ਆ। ਮਤਲਬ I ਨੂੰ ਨਾ ਅਸੀਂ ਥੋੜਾ ਰਿਸਪੈਕਟਫੁਲ ਵੇ ਦੇ ਵਿੱਚ ਗਿਣਦੇ ਆ, ਤਾਂ ਉਹਨੂੰ ਤੁਸੀਂ ਇਹ ਸਮਝ ਸਕਦੇ ਹੋ ਕਿ ਪਲੂਰਲ ਦੇ ਵਿੱਚ ਹੀ ਗਿਣਦੇ ਆ, ਠੀਕ ਹੈ। I, they, we, you, ਪਲੂਰਲ ਦੀ ਬਹੁਵਚਨ ਚੀਜ਼ਾਂ ਦੀ ਗੱਲ ਹੋ ਰਹੀ ਹੈ, ਉਹਨਾਂ ਦੇ ਨਾਲ ਤਾਂ ਸਿਰਫ ਔਰ ਸਿਰਫ ਵਰਬ ਦੀ ਫਸਟ ਫਾਰਮ ਲੱਗੇਗੀ। ਜਿਵੇਂ go went gone ਹੁੰਦਾ, go ਲੱਗ ਗਿਆ, play played played ਹੁੰਦਾ, play ਲੱਗ ਗਿਆ, ਹੈ ਨਾ। ਐਵੇਂ think thought ਹੁੰਦਾ, think ਲੱਗ ਗਿਆ, ਇਸ ਤਰੀਕੇ ਨਾਲ। agree agreed agreed ਹੁੰਦਾ, agree ਲੱਗ ਗਿਆ, ਇਸ ਤਰ੍ਹਾਂ ਵਰਬ ਦੀ ਫਸਟ ਫਾਰਮ ਲੱਗੇਗੀ। ਜਿੱਥੇ ਗੱਲ ਆਉਂਦੀ ਹੈ he she ਦੀ, इट दी, या फिर किसी नेम दी, मतलब ही दी गल करी, शी दी गल करी, इट दी गल करी, किसी नेम, परनीत दी गल करी, राम दी गल करी, सीता दी गल करी, श्याम दी गल करी, लवी दी गल करी, किसी दी भी गल करी, उस टाइम वर्ब दी फर्स्ट फॉर्म दे नाल असी एस या ईएस लगा देने हैं, ठीक है। जिवें राम गोज, she thinks, क्लियर। इस तरीके नाल असी ये वाले सेंटेंसेस नू बनाउंदे आ। नाउ हुण स्टूडेंट्स दा बहुत ज़्यादा डाउट हुंदा है कि मैम एस कित्थे लगेगा ते ईएस कित्थे लगेगा। ये डाउट मैं हुणी तुहाडा दूर कर दिन्नी आ, ठीक है। नाउ जेहड़ियां वर्ब्स एंड हुंदियां ने विद ch, डबल s, sh, x, डबल z या o दे नाल, ਉਹ ਸਾਰੀਆਂ ਦੇ एंड ਦੇ ਵਿੱਚ ਆਪਾਂ ਐਡ ਔਨ ਕਰ ਦਿੰਨੇ ਆ es। फॉर एग्जांपल watch ch ਦੇ ਨਾਲ ਐਂਡ ਹੋ ਰਿਹਾ, miss double s, wash sh, mix x, buzz with double z, do o, ਐਵੇਂ ਹੀ go।
ਇਹਨਾਂ ਦੇ ਸਾਰਿਆਂ ਦੇ ਐਂਡ ਦੇ ਵਿੱਚ ਆਪਾਂ ਕੀ ਕਰ ਦਾਂਗੇ watch watches watch ਸੀਗਾ ਪਿੱਛੇ es ਲਗਾਤਾ miss misses wash washes mix mixes buzz buzzes do does ਐਵੇਂ go goes clear second is verb ਜਿਹੜੀਆਂ ਐਂਡ ਹੁੰਦੀਆਂ ਨੇ ਕੌਨਸੋਨੈਂਟ ਪਲੱਸ y ਹੁੰਦੇ ਦੇਖੋ ਇੱਕ ਕੌਨਸੋਨੈਂਟ ਹੁੰਦੇ ਨੇ ਇੱਕ ਵੋਵਲ ਹੁੰਦੇ ਨੇ ਵੋਵਲ ਹੁੰਦੇ ਨੇ a e i o u ਇਸ ਤੋਂ ਬਿਨਾਂ ਦੂਸਰੇ ਕੌਨਸੋਨੈਂਟਸ ਹੁੰਦੇ ਨੇ ਕਲੀਅਰ ਜੇ ਕੋਈ ਵੀ ਵਰਬ ਐਂਡ ਹੋ ਰਹੀ ਹੈ ਕੌਨਸੋਨੈਂਟ ਪਲੱਸ y ਦੇ ਨਾਲ ਫॉर ਐਗਜ਼ਾਮਪਲ ਹਰੇ ਪਿੱਛੇ y ਹੈ ਇਹ ਕੌਨਸੋਨੈਂਟ ਹੈ ਸਟੱਡੀ y d is consonant ਠੀਕ ਹੈ ਐਵੇਂ ਹੀ ਰਿਪਲਾਈ l is consonant ਉਹਨਾਂ ਦੇ ਪਿੱਛੇ ਆਪਾਂ y ਨੂੰ ਕੱਟ ਕੇ i ਲਗਾ ਦਿੰਨੇ ਆ ਤੇ ਪਿੱਛੇ es ਲਗਾ ਦਿੰਨੇ ਆ ਫॉर ਐਗਜ਼ਾਮਪਲ ਹਰੀ ਸੀਗਾ ਹਰੀ ਦੇ ਵਿੱਚ ਆਪਾਂ y ਨੂੰ ਕੱਟ ਦਾਂਗੇ ਪਿੱਛੇ ਲਗਾ ਦਾਂਗੇ i ਤੇ ਉਹਦੇ ਨਾਲ ਐਡ ਆਨ ਹੋ ਜਾਏਗਾ es ਠੀਕ ਹੈ ਸੇਮ ਵੇ ਰਿਪਲਾਈ ਠੀਕ ਹੈ y ਨੂੰ ਆਪਾਂ ਹਟਾ ਦਾਂਗੇ ਪਿੱਛੇ ਕੀ ਲਗਾ ਦਾਂਗੇ i ਤੇ es clear third form is verbs which end with vowel plus y ਜਿਨ੍ਹਾਂ ਦੇ ਪਿੱਛੇ vowel ਤੇ y ਆਉਂਦਾ ਜਿਵੇਂ pay a y ਹੈ ਨਾ ਹੁਣ ਮੈਂ ਦੱਸਿਆ ਸੀ vowels a e i o u ਹੁੰਦੇ ਨੇ ਜਿਵੇਂ pay p a y a end ਹੋ ਰਿਹਾ with the vowel and by ਠੀਕ ਹੈ same way is enjoy vowel o ਹੈ ਪਿੱਛੇ y ਦੇ ਨਾਲ ਇਹ end ਹੋ ਰਿਹਾ ਇਹਨਾਂ ਦੇ ਪਿੱਛੇ ਸਿੱਧਾ s ਲੱਗ ਜਾਏਗਾ that will become pays and enjoys clear so I hope it is clear to you guys ਇਹ ਦੇਖੋ ਤੁਸੀਂ ਇਸ ਤਰੀਕੇ ਨਾਲ ਇਹਨਾਂ ਨੂੰ ਲਰਨ ਕਰ ਸਕਦੇ ਹੋ ਸਟਾਰਟਿੰਗ ਦੇ ਵਿੱਚ ਰੱਟਾ ਮਾਰਨ ਦੀ ਜ਼ਰੂਰਤ ਨਹੀਂ ਹੈ ਜਿਵੇਂ ਜਿਵੇਂ ਤੁਸੀਂ ਇਹਨਾਂ ਦੀ ਪ੍ਰੈਕਟਿਸ ਕਰੋਗੇ ਡੇ ਬਾਈ ਡੇ ਤੁਹਾਨੂੰ ਆਪਣੇ ਆਪ ਇਹ ਚੀਜ਼ਾਂ ਕਲੀਅਰ ਹੁੰਦੀਆਂ ਰਹਿਣਗੀਆਂ ਬਟ ਇਨ ਸਪੋਕਨ ਇੰਗਲਿਸ਼ ਟੈਂਸਸ ਐਂਡ ਫਾਰਮਸ ਆਫ ਵਰਬ ਪਲੇ ਪਾਰਟ ਐਂਡ ਪਾਰਟਸ ਰੋਲ ਗਾਈਜ਼ ਇਹ ਤਾਂ ਆਪਣੇ ਮਾਈਂਡ ਸੈਟ ਬਣਾ ਲਓ ਇੱਕ ਫੋਕਸ ਮਾਈਂਡ ਬਣਾ ਲਓ ਕਿ ਜਦੋਂ ਅਸੀਂ ਸਪੋਕਨ ਇੰਗਲਿਸ਼ ਸਿੱਖਣੀ ਹੈ ਤਾਂ ਸਾਨੂੰ ਨੌਲੇਜ ਇਸ ਚੀਜ਼ ਦੀ ਹੋਣੀ ਚਾਹੀਦੀ ਹੈ ਬਹੁਤ ਜ਼ਿਆਦਾ ਨਹੀਂ ਬਟ ਥੋੜੀ ਬਹੁਤ ਤੁਹਾਨੂੰ ਹੋਣੀ ਹੀ ਚਾਹੀਦੀ ਹੈ ਓਕੇ ਨਾਓ ਹੈਵ ਅ ਲੁੱਕ ਔਨ ਦ ਸੈਂਟੈਂਸਸ ਓਕੇ ਗਾਈਜ਼ today we are discussing present indefinite tense ਤਾਂ ਉਹਦੇ ਜਿਹੜੇ ਸਟਰਕਚਰਸ ਨੇ ਉਹਦੀਆਂ ਸਬ ਟਾਈਪਸ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਫਿਰ ਵੀ ਕੁਇਕ ਰਿਵੀਜ਼ਨ ਦੇ ਲਈ ਅਫਰਮੇਟਿਵ ਨੈਗੇਟਿਵ ਇੰਟਰੋਗੇਟਿਵ ਅਫਰਮੇਟਿਵ ਸੈਂਟੈਂਸਸ ਹੁੰਦੇ ਨੇ ਜਿਹੜੇ ਹਾਂ ਵਾਚਕ ਹੁੰਦੇ ਨੇ ਯੈਸ ਵਾਲੇ ਮਤਲਬ ਜਿਨ੍ਹਾਂ ਦੇ ਵਿੱਚ ਨਾ ਤਾਂ ਨਹੀਂ ਹੁੰਦਾ ਨਾ ਕੋਈ ਕੁਐਸਚਨ ਮਾਰਕ ਹੁੰਦਾ ਹੈ ਨੈਗੇਟਿਵ ਵਾਲੇ ਜਿਨ੍ਹਾਂ ਦੇ ਵਿੱਚ ਨਾਟ ਇਨਵੋਲਵ ਹੋ ਜਾਂਦਾ ਮੀਨਸ ਨਹੀਂ ਆ ਜਾਂਦੇ ਹੈ ਇੰਟਰੋਗੇਟਿਵ ਕੁਐਸਚਨ ਮਾਰਕ ਵਾਲੇ ਜਿਨ੍ਹਾਂ ਦੇ ਵਿੱਚ ਅਸੀਂ ਕਿਸੇ ਤੋਂ ਕੁਐਸਚਨ ਪੁੱਛਦੇ ਹਾਂ ਪ੍ਰਸ਼ਨ ਪੁੱਛਦੇ ਹਾਂ ਅਫਰਮੇਟਿਵ ਹਾਂ ਵਾਚਕ ਕਹਿ ਸਕਦੇ ਹਾਂ ਨੈਗੇਟਿਵ ਨਾ ਵਾਚਕ ਕਹਿ ਸਕਦੇ ਹਾਂ ਇੰਟਰੋਗੇਟਿਵ ਪ੍ਰਸ਼ਨਵਾਚਕ ਕਹਿ ਸਕਦੇ ਹਾਂ ਫॉर ਐਗਜ਼ਾਮਪਲ ਮੈਂ ਇੱਥੇ ਕੁਝ ਫਾਰਮ ਆਫ ਵਰਬਸ ਲਿਖੀਆਂ ਨੇ ਫਰਸਟ ਫਾਰਮ ਜਿਹੜੀ ਵਰਬ ਦੀ ਉਹ ਮੈਂ ਲਿਖੀ ਇੱਥੇ ਠੀਕ ਹੈ ਇਹਨਾਂ ਦੇ ਨਾਲ ਆਪਾਂ ਇਹਦੇ ਸੈਂਟੈਂਸਸ ਬਣਾਵਾਂਗੇ ਜਿਹੜੇ ਆਪਾਂ ਡੇਲੀ ਯੂਜ਼ ਦੇ ਵਿੱਚ ਕਰਦੇ ਹਾਂ ਡੇ ਟੂ ਡੇ ਕਨਵਰਸੇਸ਼ਨਸ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਲਾਈਕ ਅਗਰ ਅਫਰਮੇਟਿਵ ਸੈਂਟੈਂਸ ਬਣਾਉਣਾ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਕੀ ਆਏਗਾ ਮੈਂ ਤੁਹਾਨੂੰ ਦੱਸਿਆ ਸਭ ਤੋਂ ਪਹਿਲਾਂ ਮੇਰੀ ਗੱਲ ਹੋਏਗੀ ਸਬਜੈਕਟ ਜੇ ਆਪਾਂ ਉਹ ਵੀ ਨਹੀਂ ਡਿਸਕਸ ਕਰਨਾ ਆਪਾਂ ਕਿਹਾ ਸੀ ਸਿੱਧਾ ਆਪਾਂ ਡਿਸਕਸ ਕੀਤਾ ਸੀ ਆਈ ਵੀ ਦੇ ਯੂ ਦੇ ਨਾਲ ਵਰਬ ਦੀ ਫਰਸਟ ਫਾਰਮ ਲੱਗੇਗੀ ਠੀਕ ਹੈ ਪਿੱਛੇ ਆਬਜੈਕਟ ਆ ਜਾਂਦਾ ਹੁੰਦਾ ਆਬਜੈਕਟ ਹੁੰਦਾ ਬਚਿਆ ਕੁਚਿਆ ਸਮਾਨ ਉਹਦੀ ਸਭ ਤੋਂ ਐਂਡ ਦੇ ਵਿੱਚ ਗੱਲ ਹੁੰਦੀ ਹੈ ਜਿਹੜਾ ਸਮਾਨ ਹੁਣ ਬਚਿਆ ਕੁਚਿਆ ਉਹਦੀ ਤਾਂ ਐਂਡ ਦੇ ਵਿੱਚ ਹੀ ਗੱਲ ਹੋਏਗੀ ਨਾ ਇਸ ਤਰੀਕੇ ਨਾਲ ਤੁਸੀਂ ਇਹਨੂੰ ਯਾਦ ਕਰ ਸਕਦੇ ਹੋ ਮੈਮੋਰਾਈਜ਼ ਕਰ ਸਕਦੇ ਹੋ ਇਸ ਤੋਂ ਬਿਨਾਂ ਜਿਹੜੇ ਸੀਗੇ ਹੀ she ਤੇ it ਸੀਗੇ ਉਹਨਾਂ ਦੇ ਨਾਲ ਵਰਬ ਦੀ ਫਰਸਟ ਫਾਰਮ ਦੇ ਨਾਲ s ਔਰ es ਲੱਗੇਗਾ ਉਹ ਕਿਸ ਤਰ੍ਹਾਂ ਲੱਗੇਗਾ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਠੀਕ ਹੈ ਹੁਣ ਦੇਖੋ ਆਪਾਂ ਅੱਜ ਪਹਿਲਾਂ ਆਈ ਨੂੰ ਚੱਕਦੇ ਹਾਂ ਮੈਂ ਤੁਹਾਨੂੰ ਆਈ ਦੇ ਨਾਲ ਸੈਂਟੈਂਸਸ ਬਣਾ ਕੇ ਦਊਂਗੀ ਤੁਸੀਂ ਬਾਕੀਆਂ ਦੇ ਨਾਲ ਖੁਦ ਪ੍ਰੈਕਟਿਸ ਕਰਨੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਲਿਖ ਕੇ ਦੱਸੋ ਕਿਸ ਤਰ੍ਹਾਂ ਦੇ ਸੈਂਟੈਂਸਸ ਤੁਸੀਂ ਇਹਨਾਂ ਦੇ ਨਾਲ ਬਣਾ ਸਕਦੇ ਹੋ ਡੇ ਟੂ ਡੇ ਕਨਵਰਸੇਸ਼ਨ ਦੇ ਡੇਲੀ ਕਨਵਰਸੇਸ਼ਨ ਦੇ ਠੀਕ ਹੈ ਸਪੋਜ਼ ਮੈਂ ਬਣਾਉਣਾ ਹੈ ਆਈ ਗੋ ਆਈ ਥਿੰਕ ਆਈ ਪਲੇ है ना सारे सेंटेंसेस ਦੇ ਨਾਲ ਜਦੋਂ ਮੈਂ I ਲਾਤਾ ਉਹ ਅਫਰਮੇਟਿਵ ਟਾਈਪ ਦਾ ਸੈਂਟੈਂਸ ਬਣ ਜਾਏਗਾ I sleep I agree I break I come I drink I eat I play I think I go clear second is negative ਜਦੋਂ ਨਾ ਦੀ ਗੱਲ ਆ ਜਾਂਦੀ ਹੈ ਉਸ ਤਰੀਕੇ ਨਾਲ ਸਭ ਤੋਂ ਪਹਿਲਾਂ ਤਾਂ ਮੇਰੀ ਹੀ ਗੱਲ ਹੋਏਗੀ ਠੀਕ ਹੈ ਜਿਵੇਂ I ਹੈ ਤਾਂ ਮੇਰੀ ਹੀ ਗੱਲ ਹੋਏਗੀ ਉਸ ਤੋਂ ਬਾਅਦ ਉਹਦੇ ਵਿੱਚ ਹੁਣ ਨਾ ਆ ਗਿਆ that is not ਹੁਣ not ਕੱਲਾ ਨਹੀਂ ਆਉਂਦਾ ਇਹਦੇ ਨਾਲ ਆ ਜਾਂਦਾ do ਜਾਂ does ਠੀਕ ਹੈ ਡੂ ਕਿੱਥੇ ਆਉਂਦਾ ਹੈ ਜਿਹੜੇ ਆਈ ਵੀ ਦੇ ਯੂ ਨੇ ਇਹਨਾਂ ਦੇ ਨਾਲ ਡੂ ਲੱਗੇਗਾ ਜਿਹੜਾ ਬਾਕੀ ਰਹਿ ਗਿਆ ਹੀ ਸ਼ੀ ਇਟ ਉਹਨਾਂ ਦੇ ਨਾਲ ਡਜ਼ ਲੱਗੇਗਾ ਮੀਨਸ ਨਿਚੋੜ ਕੀ ਹੈ ਦਾ ਐਂਡ ਰਿਜ਼ਲਟ ਕੀ ਹੈ ਜਿਹੜੀਆਂ ਪਲੂਰਲ ਚੀਜ਼ਾਂ ਨੇ ਬਹੁਵਚਨ ਨੇ ਇੱਕ ਤੋਂ ਜ਼ਿਆਦਾ ਚੀਜ਼ਾਂ ਨੇ ਉਹਨਾਂ ਦੇ ਨਾਲ ਡੂ ਲੱਗੇਗਾ ਜਿਹੜਾ ਸਿੰਗੂਲਰ ਚੀਜ਼ ਹੈ ਇੱਕ ਚੀਜ਼ ਹੈ ਉਹਦੇ ਨਾਲ ਕੀ ਲੱਗੇਗਾ ਡਜ਼ ਤੇ ਮੈਂ ਪਹਿਲਾਂ ਹੀ ਦੱਸਿਆ ਆਈ ਨੂੰ ਆਪਾਂ ਰਿਸਪੈਕਟ ਦਿੰਨੇ ਆ
ਉਹਨੂੰ ਰਿਸਪੈਕਟ ਦੇਣ ਦੇ ਕਾਰਨ ਅਸੀਂ ਉਹਨੂੰ ਕੀ ਕਰਦੇ ਹਾਂ, ਜ਼ਿਆਦਾ ਲੋਕਾਂ ਦੇ ਵਿੱਚ ਗਿਣਦੇ ਹਾਂ, ਤਾਂ I ਦੇ ਨਾਲ ਵੀ ਹਮੇਸ਼ਾ do ਹੀ ਲੱਗਦਾ ਹੈ। ਠੀਕ ਹੈ, ਐਂਡ ਦੇ ਵਿੱਚ ਆ ਜਾਏਗੀ verb ਦੀ ਫਸਟ ਫਾਰਮ। ਹੁਣ ਦੇਖੋ ਜਿਵੇਂ ਸੈਂਟੈਂਸ ਬਣਾਉਣਾ ਹੋਵੇ I go, मैं ਜਾਂਦਾ ਹਾਂ, ਹੈ ਨਾ, ਜਾਂ ਮੈਂ ਨਹੀਂ ਜਾਂਦਾ ਹਾਂ, ਮੈਂ ਨਹੀਂ ਖਾਂਦਾ ਹਾਂ, ਮੈਂ ਨਹੀਂ ਸੋਚਦਾ ਹਾਂ, ਮੈਂ ਨਹੀਂ ਖੇਲਦਾ ਹਾਂ, ਉਹ ਸੈਂਟੈਂਸ ਕਿਸ ਤਰ੍ਹਾਂ ਬਣਨਗੇ? ਸਿੰਪਲ, I do not play। ਠੀਕ ਹੈ, I do not think, I do not eat, I do not agree। ठीक है, इस तरीके नाल ही जे सिंगुलर वाले सेंटेंसेस होन, सपोज शी दी गल हो रही है, इट दी गल हो रही है, शी डज नॉट प्ले, शी सिंगुलर है ना, शी डज नॉट थिंक, शी डज नॉट ईट, शी डज नॉट एग्री, इस तरीके नाल बनणगे। क्लियर। लास्ट इज इंटैरोगेटिव। इंटैरोगेटिव वाले ਉਹ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕੋਈ ਕੁਐਸਚਨ ਪੁੱਛਿਆ ਹੁੰਦਾ, ਇੱਕ ਤਾਂ ਇਹਦੇ ਵਿੱਚ ਐਂਡ ਤੇ ਕੁਐਸਚਨ ਮਾਰਕ ਆ ਜਾਂਦਾ, मतलब ਆਪਾਂ ਕਿਸੇ ਨੂੰ ਕੁਐਸਚਨ ਪੁੱਛਦੇ ਆ। ਅਗਰ ਮੈਂ ਕਹਾਂ, ਇੱਥੇ ਮੈਂ ਕਿਹਾ ਸੀ ਮੈਂ ਖਾਣਾ ਖਾਂਦਾ ਹਾਂ, I eat the food, ਜਾਂ ਮੈਂ ਖਾਂਦਾ ਹਾਂ, I eat, मैं नहीं खाता हाँ, I do not eat, या मैं नहीं खेलता हाँ, I do not play। जे मैं कहा कि मैं खेलता हाँ, ठीक है, ਤਾਂ ਉਹਦੇ ਵਿੱਚ ਕੁਝ ਨਹੀਂ ਕਰਨਾ ਤੁਸੀਂ, ਜਿਹੜਾ do ਹੁੰਦਾ ਹੈ ਨਾ, do ਜਾਂ does, ਉਹ ਸਭ ਤੋਂ ਅੱਗੇ ਆ ਜਾਂਦੇ ਹੁੰਦੇ ਨੇ। ਇਸ ਦੇ ਵਿੱਚ do ਜਾਂ does ਸਭ ਤੋਂ ਅੱਗੇ ਆ ਜਾਣਗੇ। ਠੀਕ ਹੈ, ਫਿਰ ਮੇਨ ਸਬਜੈਕਟ ਦੀ ਗੱਲ ਹੁੰਦੀ ਹੈ, ਜਿਵੇਂ ਮੇਰੀ ਗੱਲ ਹੋ ਰਹੀ ਹੈ, I ਦੀ ਗੱਲ ਹੋਏਗੀ, ਫਿਰ verb ਦੀ ਫਸਟ ਫਾਰਮ ਆਏਗੀ, ਫਿਰ ਜੇ ਕੋਈ ਹੋਰ ਸਮਾਨ ਹੈ ਆਬਜੈਕਟ ਉਹ ਆ ਜਾਏਗਾ। ਠੀਕ ਹੈ, ਹੁਣ ਇਹ ਤਾਂ ਹੋ ਗਏ ਇੰਟੈਰੋਗੇਟਿਵ ਦੇ ਹਾਂ ਵਾਚਕ ਵਾਲੇ ਸੈਂਟੈਂਸ। ਹੁਣ ਇੰਟੈਰੋਗੇਟਿਵ ਦੇ ਵਿੱਚ ਨਹੀਂ ਵੀ ਆ ਸਕਦੇ ਨਾ, ਜਾਂ ਤਾਂ ਕੀ ਮੈਂ ਖੇਲਦਾ ਹਾਂ, ਕੀ ਮੈਂ ਨਹੀਂ ਖੇਲਦਾ ਹਾਂ, ਇਹ ਵੀ ਆ ਜਾਂਦੇ ਨੇ। ਉਹਨੂੰ ਅਸੀਂ ਕਿਵੇਂ ਬਣਾਵਾਂਗੇ? ਜਿਹੜਾ I ਤੇ verb ਦੀ ਫਸਟ ਫਾਰਮ ਹੈ ਨਾ, ਉਹਦੇ ਵਿੱਚ not ਆ ਜਾਏਗਾ। ਸਪੋਜ਼ ਕੀ ਮੈਂ ਖੇਲਦਾ ਹਾਂ, do I play। ਕਲੀਅਰ। ਕੀ ਮੈਂ ਨਹੀਂ ਖੇਲਦਾ ਹਾਂ, do I not play। कि मैं नहीं खाता हाँ, do I not eat। ठीक है, कि मैं नहीं जानता हाँ, do I not go। इस तरीके नाल ये सेंटेंसेस बनणगे। क्लियर। सपोज I go वाला सेंटेंस है, I go, I do not go, do I go, do I not go। इस तरीके नाल तुसी सेंटेंसेस दी प्रैक्टिस करनी है। I think, I do not think, do I think, do I not think। I play, I do not play, do I play, do I not play। इस तरीके नाल तुसीं इन्हां दी प्रैक्टिस करनी है। जिन्ना टाइम प्रैक्टिस नहीं करोगे चीज़ां मूँह चों नहीं निकलणगीਆਂ, प्रैक्टिस नहीं निकल होएगी। ਹੁਣ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਧਿਆਨ ਰੱਖਣੀ ਹੈ, ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਿਆ ਹੈ, ਹਿੰਦੀ ਬਾਰੇ ਪੰਜਾਬੀ ਬਾਰੇ ਨਹੀਂ ਸੋਚਣਾ। ਪ੍ਰੈਕਟਿਸ ਇਨ ਇੰਗਲਿਸ਼। I ਹੈ, I ਦਾ ਮੈਂ ਨਹੀਂ ਲਗਾਉਣਾ। I ਕੀ ਹੈ? ਮੈਂ ਹਾਂ। I ਹੈ, I ਹੈ। ਤੁਸੀਂ we they, ਉਹ ਸਾਰੇ ਦੇ ਨੇ। ਠੀਕ ਹੈ, he she it, ਇਸ ਤਰੀਕੇ ਨਾਲ ਤੁਸੀਂ ਇੰਗਲਿਸ਼ ਦੇ ਵਿੱਚ ਹੀ ਉਹਨਾਂ ਨੂੰ ਟਰਾਂਸਲੇਟ ਕਰਨਾ ਹੈ। इंग्लिश तुसीं की करनी है, बोलते रहना। ये वाले सेंटेंसेस दी तुसीं 10 टाइम्स 20 टाइम्स प्रैक्टिस करो। मॉर्निंग करो, आफ्टरनून करो, इवनिंग करो। अगर तुसीं प्रॉब्लम्स फेस करते हो इन स्पीकिंग इंग्लिश, है ना, इन डे टू डे कॉन्वर्सेशनस, इस तरीके नाल जो तक चीज़ां तुहाडे गले दे विचों नहीं उतरनगियां, हाथ दे विचों नहीं निकलणगियां, प्रैक्टिस नहीं होएगी, इंप्रोवाइज नहीं होणगियां स्किल्स। बट अगर इस तरीके ना प्रैक्टिस करोगे, बिलीव मी गाइस, डे बाय डे यू कुड मास्टर द स्किल्स, यू कुड इम्प्रोवाइज योर इंग्लिश स्पीकिंग स्किल्स एंड तुसी बोलोगे, बोलना सीखोगे। फाइन। सो मोर अपडेट्स, स्टे ट्यून टू माय चैनल। थैंक यू सो मच। एंड यस, सबसक्राइब नहीं किया तो प्लीज जाते जाते ही इसमें सबसक्राइब कर दो मेरे चैनल। ओके, थैंक यू सो मच। बाय बाय, टेक केयर।